ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਅਸੀਂ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਬੇਟਾ ਭੂਗੋਲ ਦੇ ਪ੍ਰਸ਼ਨ ਉੱਤਰ। ਅਸੀਂ ਇਹਨਾਂ ਕੁਐਸਚਨਾਂ ਨੂੰ ਇਸ ਤਰੀਕੇ ਨਾਲ ਕਰਾਂਗੇ ਕਿ ਤੁਸੀਂ ਥੋੜ੍ਹਾ ਜਿਹਾ ਵਧਾ ਕੇ ਇਹਨੂੰ 3 ਨੰਬਰਾਂ ਵਾਲੇ 'ਚ ਵੀ ਲਿਜਾ ਸਕੋ। ਅਤੇ ਜੇ ਤੁਸੀਂ ਧਿਆਨ ਨਾਲ ਵੀਡੀਓ ਸੁਣੋਗੇ ਤਾਂ ਇਹਦੇ ਵਿੱਚ ਤੁਹਾਡੀਆਂ ਜਿਹੜੀਆਂ ਖਾਲੀ ਥਾਵਾਂ ਨੇ ਉਹ ਵੀ ਕੰਪਲੀਟ ਹੋਣਗੀਆਂ, ਸਹੀ ਗੱਲ 'ਤੇ ਵੀ ਕੰਪਲੀਟ ਹੋਣਗੇ। ਅਤੇ ਵੱਡੇ ਕੁਐਸਚਨ ਵੀ ਆਪਾਂ ਜਿਹੜੇ ਹੈਗੇ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਅਸੀਂ ਬਣਾ ਸਕਦੇ ਹਾਂਗੇ। ਠੀਕ ਹੈ ਜੀ, 3 ਪੁਆਇੰਟ ਕੱਢ ਕੇ ਲਿਖਣੇ ਨੇ ਜੇ 3 ਨੰਬਰ ਵਾਲਾ ਕੁਐਸਚਨ ਹੈ। ਹੈਡਿੰਗ ਕਿਵੇਂ ਬਣਾਉਣੇ ਨੇ, ਕਿਵੇਂ ਅਸੀਂ ਕੁਐਸਚਨ ਐਕਸਪਲੇਨ ਕਰਨਾ, ਉਹ ਨਾਲ ਨਾਲ ਅਸੀਂ ਤੁਹਾਨੂੰ ਦੱਸਦੇ ਜਾਵਾਂਗੇ। ਸੋ ਉਮੀਦ ਕਰਦੇ ਹਾਂ ਧਿਆਨ ਨਾਲ ਸੁਣੋਗੇ ਅਤੇ ਵਧੀਆ ਅੰਕ ਲੈ ਕੇ ਪਾਸ ਹੋਵੋਗੇ। ਜ਼ਿਆਦਾ ਟਾਈਮ ਨਾ ਲੈਂਦੇ ਹੋਏ, ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਘੱਟ ਟਾਈਮ ਦੇ ਵਿੱਚ ਤੁਹਾਨੂੰ ਜ਼ਿਆਦਾ ਦੁਹਰਾਈ, ਜ਼ਿਆਦਾ ਮਟੀਰੀਅਲ ਪ੍ਰੋਵਾਈਡ ਕੀਤਾ ਜਾਵੇ। ਮੋਸਟ ਇੰਪੋਰਟੈਂਟ ਕੁਐਸਚਨ 100% ਜਿਹੜੇ ਹੈਗੇ ਤੁਹਾਡੇ ਪੇਪਰ ਦੇ ਵਿੱਚ ਆਉਣਗੇ। ਸੋ ਪਹਿਲਾ ਕੁਐਸਚਨ ਸ਼ੁਰੂ ਕਰਨ ਲੱਗੇ ਹਾਂ। ਉਹਨਾਂ 3 ਰਾਜਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਕਾਲੀ ਮਿੱਟੀ ਮਿਲਦੀ ਹੈ। ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ। ਠੀਕ ਹੈ ਜੀ, ਜਿਹੜੇ ਕੁਐਸਚਨ ਅਸੀਂ ਦੁਹਰਾਈ ਕਰ ਚੁੱਕੇ ਹਾਂ, ਵਾਰ-ਵਾਰ ਦੁਹਰਾਈ ਕਰਵਾ ਰਹੇ ਹਾਂ ਤੁਹਾਨੂੰ ਫਿਰ ਵੀ, ਤਾਂ ਜੋ ਤੁਹਾਡੇ ਪੱਕੇ ਹੋ ਜਾਣ। ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼, ਇਹਨਾਂ ਰਾਜਾਂ ਦੇ ਵਿੱਚ ਕਾਲੀ ਮਿੱਟੀ ਮਿਲਦੀ ਹੈ। ਇਹ ਨਕਸ਼ੇ ਦੇ ਵਿੱਚ ਵੀ ਪੁੱਛ ਸਕਦੇ ਨੇ, ਕਾਲੀ ਮਿੱਟੀ ਦਾ ਕੋਈ ਇੱਕ ਰਾਜ ਫਿਲ ਕਰੋ। ਤਿੰਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਫਿਲ ਕਰ ਸਕਦੇ ਹੋ। ਅਸੀਂ ਓਵਰਆਲ ਪੇਪਰ ਦੀ ਹੁਣ ਜਿਹੜੀ ਹੈਗੀ ਆ ਤੁਹਾਨੂੰ ਜਾਣਕਾਰੀ ਦੇਵਾਂਗੇ ਬੇਟਾ। ਕਪਾਹ ਅਤੇ ਗੰਨਾ ਇਸ ਮਿੱਟੀ ਦੀਆਂ ਮੁੱਖ ਫਸਲਾਂ ਨੇ। ਜ਼ਿਆਦਾ ਕਪਾਹ ਨੂੰ ਮੰਨਿਆ ਜਾਂਦਾ, ਨਾਲ ਅਸੀਂ ਗੰਨਾ ਵੀ ਲਿਖ ਸਕਦੇ ਹਾਂ। ਨੈਕਸਟ ਹੈ ਆਫਤਾਂ ਦੇ ਪ੍ਰਬੰਧਨ ਤੋਂ ਕੀ ਭਾਵ ਹੈ। ਮੰਨ ਲਓ ਕਿਸੇ ਮੁਲਕ ਦੇ ਅੰਦਰ ਕੋਈ ਵੀ ਆਫਤ ਆ ਗਈ ਅਤੇ ਉਹਦਾ ਸਾਹਮਣਾ ਕਿਵੇਂ ਕਰਨਾ, ਉਹਨੂੰ ਅਸੀਂ ਕੀ ਕਹਾਂਗੇ, ਆਫਤ ਦਾ ਪ੍ਰਬੰਧਨ। ਅਸੀਂ ਇਨਸਾਨੀ ਜ਼ਿੰਦਗੀਆਂ ਦੇ ਨੁਕਸਾਨ ਨੂੰ, ਜਾਨ ਮਾਲ ਦੇ ਨੁਕਸਾਨ ਨੂੰ, ਠੀਕ ਹੈ, ਉਹਨੂੰ ਕਿਵੇਂ ਹੈਂਡਲ ਕਰਨਾ, ਉਹਦਾ ਕਿਵੇਂ ਬਚਾਉਣਾ, ਠੀਕ ਹੈ, ਉਹਨੂੰ ਅਸੀਂ ਆਫਤ ਪ੍ਰਬੰਧਨ ਕਹਾਂਗੇ। ਜੈਵਿਕ ਭੂਗੋਲ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ। ਜੈਵਿਕ ਅਤੇ ਅਜੈਵਿਕ ਮੰਨ ਲਓ ਵੱਡਾ ਕੁਐਸਚਨ ਆ ਗਿਆ, ਅਸੀਂ ਹੈਡਿੰਗ ਬਣਾਵਾਂਗੇ ਜੈਵਿਕ ਭੂਗੋਲ ਜਿਨ੍ਹਾਂ 'ਚ ਜਾਨ ਹੁੰਦੀ ਹੈ। ਅਸੀਂ ਪਹਿਲੇ ਦੱਸਿਆ ਸੀ ਜਾਨਦਾਰ, ਧੜਕਦੀਆਂ ਅਤੇ ਵੱਧਦੀਆਂ ਜ਼ਿੰਦਗੀਆਂ ਦਾ ਅਧਿਐਨ। ਇਸ ਵਿੱਚ ਜੈਵਿਕ ਸੰਸਾਰ ਦੀ, ਠੀਕ ਹੈ, ਜੈਵਿਕ ਸੰਸਾਰ ਦੀ ਸਥਾਨਕ ਵੰਡ ਸ਼ਾਮਲ ਹੈ। ਜੈਵਿਕ ਭੂਗੋਲ ਨੂੰ ਭੌਤਿਕ ਸਰੂਪ ਵਿੱਚ ਜੰਗਲ, ਪਸ਼ੂ ਪੰਛੀ, ਜੀਵ ਜੰਤੂ, ਜ਼ਮੀਨ, ਪਾਣੀ, ਹਵਾ ਦੇ ਇਲਾਵਾ ਭੋਜਨ ਲੜੀ ਅਤੇ ਭੋਜਨ ਵੈਬ ਤੰਤਰ ਦੇ ਵਿਸਥਾਰ ਵਿਗਿਆਨ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਪਰਿਭਾਸ਼ਿਤ ਕਰੋ ਜੈਵਿਕ ਸੂਬਾ। ਇਹ ਇੰਨਾ ਅਸੀਂ ਐਕਸਪਲੇਨ ਨਹੀਂ ਕਰਾਂਗੇ, ਬਸ ਇੰਨਾ ਕਿ ਦੱਸਾਂਗੇ। ਨੈਕਸਟ ਹੈ ਡੈਮ ਕੀ ਹੁੰਦਾ ਹੈ। ਡੈਮ ਦਾ ਅਰਥ ਝੀਲ ਹੁੰਦਾ ਹੈ। ਡੈਮ ਉਹ ਬੰਨ੍ਹ ਹੁੰਦਾ ਹੈ ਜੋ ਵਗਦੇ ਦਰਿਆ ਦੇ ਪਾਣੀ ਦੇ ਵਹਿਣ ਨੂੰ ਰੋਕ ਕੇ ਉਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ। ਇਸ ਦੇ ਪਿੱਛੇ ਆਮ ਤੌਰ 'ਤੇ ਵੱਡੀ ਝੀਲ ਪਾਣੀ ਨੂੰ ਸੰਭਾਲ ਕੇ ਰੱਖਦੀ ਹੈ। ਠੀਕ ਹੈ ਜੀ। ਨੈਕਸਟ ਹੈ ਸਾਉਣੀ ਦੀਆਂ ਫਸਲਾਂ, ਹਾੜੀ ਦੀਆਂ ਫਸਲਾਂ। ਇਹ ਸਾਨੂੰ ਪਤਾ ਹੋਣਾ ਚਾਹੀਦਾ। ਅਸੀਂ ਪੰਜਾਬ ਦੇ ਜਿਹੜੇ ਹੈਗੇ ਆ ਬੱਚੇ ਆ, ਖਾਸ ਤੌਰ 'ਤੇ ਖੇਤੀਬਾੜੀ ਨਾਲ ਜੁੜੇ ਹੋਏ ਆ। ਸਾਉਣੀ ਦੀਆਂ ਫਸਲਾਂ, ਇਹਨਾਂ ਵਿੱਚੋਂ ਅਸੀਂ ਮੁੱਖ ਕਰ ਲਾਂਗੇ, ਜਿਵੇਂ ਝੋਨਾ, ਗੰਨਾ, ਜਵਾਰ, ਬਾਜਰਾ, ਮੂੰਗਫਲੀ, ਪਟਸਨ, ਤੇਲ। ਧਾਤਵੇ ਖਣਿਜ ਕੀ ਹੁੰਦੇ ਹਨ। ਇਹਨਾਂ ਖਣਿਜਾਂ ਵਿੱਚ ਧਾਤਾਂ ਜਿਵੇਂ ਤਾਂਬਾ, ਸੋਨਾ, ਮੈਗਜ਼ੀਨ, ਬਾਕਸਾਈਡ ਆਦਿ ਸ਼ਾਮਲ ਹੁੰਦੇ ਹਨ। ਧਾਤਵੇ ਖਣਿਜ ਕਹਿੰਦੇ ਨੇ ਇਹਨਾਂ ਨੂੰ। ਠੀਕ ਹੈ। ਧਾਤਵੇਂ ਖਣਿਜ 2 ਤਰ੍ਹਾਂ ਦੇ ਹੁੰਦੇ ਨੇ। ਲੋਹ ਧਾਤਵੇਂ ਖਣਿਜ, ਠੀਕ ਹੈ, ਜਿਨ੍ਹਾਂ ਵਿੱਚ ਲੋਹੇ ਦੀ ਜਿਹੜੀ ਹੈਗੀ, ਜਿਨ੍ਹਾਂ ਵਿੱਚ ਧਾਤਾਂ ਵਿੱਚ ਲੋਹ ਧਾਤ ਹੁੰਦੀ ਹੈ, ਜਿਵੇਂ ਲੋਹਾ, ਮੈਗਨੀਜ਼, ਨਿੱਕਲ, ਇਹਨਾਂ ਵਿੱਚ ਥੋੜ੍ਹਾ ਲੋਹੇ ਦੀ ਜਿਹੜੀ ਹੈਗੀ ਆ ਮੌਜੂਦਗੀ ਹੁੰਦੀ ਹੈ। ਅਤੇ ਲੋਹ ਰਹਿਤ ਧਾਤ, ਠੀਕ ਹੈ, ਜਿਵੇਂ ਸੋਨਾ, ਚਾਂਦੀ, ਇਹਨਾਂ ਵਿੱਚ ਲੋਹੇ ਦਾ ਕੋਈ ਅੰਸ਼ ਨਹੀਂ ਹੁੰਦਾ। ਤਾਂ ਅਸੀਂ ਧਾਤਵੇਂ ਖਣਿਜਾਂ ਨੂੰ 2 ਭਾਗਾਂ 'ਚ ਵੰਡ ਸਕਦੇ ਹਾਂ, ਲੋਹ ਧਾਤਵੇਂ ਖਣਿਜ, ਲੋਹ ਰਹਿਤ ਧਾਤਵੇਂ ਖਣਿਜ। ਨੈਕਸਟ ਹੈ ਕੱਚੇ ਕੋਲੇ ਦੀਆਂ ਕਿਸਮਾਂ। ਬਹੁਤ ਮੋਸਟ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ, ਉਹਨਾਂ ਵਿੱਚ ਲੋਹ ਧਾਤ ਅੰਸ਼ ਲਿਖੋ। ਹੁਣ ਮੈਗਨਾਈਟ ਹੈ, ਹੈਮੇਟਾਈਟ ਹੈ, ਲਿਮੋਨਾਈਟ ਹੈ, ਸਿਡਰਾਈਟ ਹੈ। ਇਹ ਤੁਸੀਂ ਮਾਤਰਾਵਾਂ ਨਾਲ ਦੱਸੀਆਂ ਹੋਈਆਂ ਨੇ, ਯਾਦ ਕਰ ਲੈਣੀਆਂ ਬੇਟਾ। 70% ਲੋਹ ਧਾਤ ਜਿਹੜੀ ਮੈਗਨਾਈਟ ਹੁੰਦੀ ਹੈ, ਇਹਦੇ ਵਿੱਚ ਹੈਮੇਟਾਈਟ ਹੁੰਦੀ ਹੈਗੀ 60 ਤੋਂ 70%, ਲਿਮੋਨਾਈਟ ਹੁੰਦੀ ਹੈ 50 ਤੋਂ 60%, ਸਿਡਰਾਈਟ 50 ਤੋਂ ਘੱਟ ਲੋਹ ਧਾਤ। ਭਾਰਤ ਦੀ ਰੋਹਰ ਕਿਹੜਾ ਇਲਾਕਾ ਹੈ। ਦਮੋਦਰ ਘਾਟੀ। ਪਥਰਾਟ ਬਾਲਣ ਕੀ ਹੁੰਦੇ ਹਨ। ਪਥਰਾਟ ਬਾਲਣ ਅਸਲ ਵਿੱਚ ਹਾਈਡਰੋਕਾਰਬਨ ਹੁੰਦੇ ਹਨ, ਜਿਵੇਂ ਕਿ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ। ਇਹ ਦਫਨ ਹੋਏ ਜੈਵਿਕ ਪਦਾਰਥਾਂ ਨੂੰ ਦਿੱਤਾ ਜਾਂਦਾ ਹੈ। ਠੀਕ ਹੈ ਜੀ,
ਦਿੱਤਾ ਜਾਂਦਾ ਹੈ ਜੋ ਜਾਨਵਰਾਂ ਦੇ ਗਲਣ ਸੜਨ ਤੋਂ ਕੱਚੇ ਤੇਲ, ਕੋਲੇ, ਕੁਦਰਤੀ ਗੈਸ ਜਾਂ ਭਾਰੀ ਤੇਲ ਵਿੱਚ ਤਬਦੀਲ ਹੋ ਜਾਂਦੀ ਹੈ। ਇਹ ਤਬਦੀਲੀ ਕਰੋੜਾਂ ਸਾਲ ਧਰਤੀ ਦੀ ਪੇਪੜੀ ਹੇਠ ਦੱਬੇ ਰਹਿ ਕੇ ਦਬਾਅ ਅਤੇ ਤਾਪ ਕਾਰਨ ਆਈ ਹੋਣ ਕਾਰਨ ਇਹਨਾਂ ਨੂੰ ਖਣਿਜ ਬਾਲਣ ਕਿਹਾ ਜਾਂਦਾ ਹੈ। ਮੋਸਟ ਇੰਪੋਰਟੈਂਟ ਕੁਐਸਚਨ ਹੈ ਵੀ ਪਥਰਾਟ ਬਾਲਣ। ਨਿਰਮਾਣ, ਜਿਵੇਂ ਕਿ ਇਹਦੇ ਨਾਮ ਦੇ ਵਿੱਚ ਹੀ ਜਿਹੜਾ ਹੈਗਾ ਆਨਸਰ ਛੁਪਿਆ ਹੋਇਆ ਨਿਰਮਾਣ ਹੁੰਦਾ ਹੈ। ਜੋ ਸਨਅਤਾਂ ਕਿਸੇ ਵੀ ਤਰ੍ਹਾਂ ਦੇ ਕੱਚੇ ਮਾਲ ਨੂੰ ਵਧੇਰੇ ਕੀਮਤੀ ਅਤੇ ਨਿਵੇਕਲੇ ਪੱਖ ਤੋਂ ਵਰਤੋਂਯੋਗ ਵਸਤੂ ਵਿੱਚ ਤਬਦੀਲ ਕਰਦੀਆਂ ਹਨ, ਨਿਰਮਾਣ ਕਹਾਉਂਦੀਆਂ ਨੇ। ਸਾਡੇ ਕੋਲ ਕੋਈ ਕੱਚਾ ਮਾਲ ਹੈ, ਉਹਨੂੰ ਅਸੀਂ ਕੀ ਕਰਤਾ, ਆਪਦੀ ਮਿਹਨਤ ਦੇ ਨਾਲ ਕੀਮਤੀ ਦੇ ਨਿਵੇਕਲੇ ਪੱਖ ਤੋਂ ਵਰਤੋਂਯੋਗ ਵਸਤੂ 'ਚ ਤਬਦੀਲ ਕਰਤਾ, ਤਾਂ ਉਹ ਕੀ ਹੋ ਗਿਆ, ਨਿਰਮਾਣ ਹੋ ਗਿਆ। ਕਿਸੇ ਸਨਅਤ ਦੇ ਸਥਾਈਕਰਨ ਲਈ ਕੰਮ ਕਰਦੇ ਕੋਈ 3 ਭੌਤਿਕ ਤੱਤਾਂ ਦੇ ਨਾਮ ਲਿਖੋ। ਕੱਚਾ ਮਾਲ, ਭੂਮੀ, ਊਰਜਾ ਦੇ ਸਾਧਨ। ਕਿਸੇ ਸਨਅਤ ਦੀ ਸਥਾਪਨਾ ਲਈ ਕੋਈ 3 ਮਨੁੱਖੀ ਤੱਤਾਂ ਦੇ ਨਾਂ ਲਿਖੋ। ਨਿਪੁੰਨ ਅਤੇ ਸਿੱਖਿਅਤ ਕਾਮੇ ਹੋਣੇ ਚਾਹੀਦੇ ਨੇ। ਪੂੰਜੀਕਾਰੀ, ਮੰਡੀ। ਸੜਕ ਮਾਰਗਾਂ ਦੇ ਕੋਈ 3 ਗੁਣ ਲਿਖੋ। ਸੜਕ ਮਾਰਗਾਂ ਦੇ 3 ਗੁਣ। ਸੜਕ ਦਾ ਨਿਰਮਾਣ ਖਰਚਾ ਰੇਲ ਮਾਰਗਾਂ ਦੇ ਨਿਰਮਾਣ ਖਰਚ ਤੋਂ ਕਾਫੀ ਘੱਟ ਹੁੰਦਾ, ਠੀਕ ਹੈ ਜੀ। ਰੇਲਾਂ ਦੇ ਵਿੱਚ ਬਹੁਤ ਜ਼ਿਆਦਾ ਖਰਚ ਹੁੰਦਾ ਹੈ, ਲਾਈਨਾਂ ਵਿਛਾਉਣੀਆਂ ਪੈਂਦੀਆਂ ਨੇਗੀਆਂ, ਠੀਕ ਹੈ। ਅਤੇ ਸੜਕ ਹਿਮਾਲਿਆ ਦੀਆਂ ਉਚਾਈਆਂ ਦੀਆਂ ਅਤੇ ਢਲਾਨਾਂ ਵਰਗੀਆਂ, ਆਪਾਂ ਉੱਚੀਆਂ ਨੀਵੀਆਂ ਜਿਹੜੀਆਂ ਥਾਵਾਂ ਨੇ, ਵਿੰਗੀਆਂ ਟੇਢੀਆਂ ਨੇ, ਪਹਾੜੀਆਂ ਬਾਰੇ ਕੋਈ ਇਲਾਕੇ ਨੇ, ਉਹਨਾਂ 'ਤੇ ਵੀ ਅਸੀਂ ਸੜਕਾਂ ਕੀ ਆ ਉਸਾਰ ਸਕਦੇ ਹਾਂ, ਠੀਕ ਹੈ। ਸੜਕ ਆਵਾਜਾਈ ਕੁਝ ਵਿਅਕਤੀਆਂ ਦੇ ਥੋੜ੍ਹੇ ਮਾਲ ਸਮੇਤ ਘੱਟ ਦੂਰੀ ਤੈਅ ਕਰਨ ਵਿੱਚ ਸਸਤੀ ਪੈਂਦੀ ਹੈ। ਸੜਕਾਂ ਰੇਲ ਦੇ ਮੁਕਾਬਲੇ ਵਧੇਰੇ ਅੱਗੜ ਦੁੱਗੜ ਧਰਾਤਲ 'ਤੇ ਉਸਾਰੀਆਂ ਜਾ ਸਕਦੀਆਂ ਨੇ। ਇਹ ਸਾਰੇ ਸੜਕ ਮਾਰਗ ਦੇ ਗੁਣ ਆ ਗਏ। ਜੇ ਹੁਣ ਮੰਨ ਲਓ ਇਹ ਕੁਐਸਚਨ 3 ਨੰਬਰ 'ਚ ਆਉਂਦਾ ਤਾਂ ਅਸੀਂ ਇਹਨਾਂ ਦੇ ਹੈਡਿੰਗ ਕੱਢ ਸਕਦੇ ਹਾਂ, ਠੀਕ ਹੈ। ਨਿਰਮਾਣ ਖਰਚੇ ਜਿਹੜੇ ਕਾਫੀ ਘੱਟ ਨੇ। ਨੰਬਰ 2, ਇਹ ਢਲਾਣ ਉਚਾਈਆਂ ਜਾਂ ਢਲਾਣ ਵਰਗੀਆਂ ਥਾਵਾਂ 'ਤੇ ਉਸਾਰੀਆਂ ਜਾ ਸਕਦੀਆਂ ਨੇ। ਨੰਬਰ 3, ਠੀਕ ਹੈ, ਥੋੜ੍ਹੀ ਘੱਟ ਦੂਰੀ ਤੈਅ ਕਰਨ ਵਿੱਚ ਸਸਤੀ ਪੈਂਦੀ ਹੈ। ਨੰਬਰ 4, ਅੱਗੜ ਦੱਗੜ ਧਰਾਤਲ 'ਤੇ ਉਸਾਰੀ ਜਾ ਸਕਦੀ ਹੈ, ਠੀਕ ਹੈ ਜੀ। ਨੈਕਸਟ ਹੈ ਵਪਾਰ ਤੋਂ ਕੀ ਭਾਵ ਹੈ। ਕੌਮਾਂਤਰੀ ਅਤੇ ਸਥਾਨਕ ਵਪਾਰ ਵਿੱਚ ਕੀ ਅੰਤਰ ਹੈ। ਲੋਕ ਰਾਜਾਂ ਅਤੇ ਦੇਸ਼ਾਂ ਦੇ ਵਿਚਾਲੇ ਸਮਾਨ ਅਸਬਾਬ ਦੇ ਵਟਾਂਦਰੇ ਨੂੰ ਵਪਾਰ ਕਿਹਾ ਜਾਂਦਾ ਹੈ। ਕੌਮਾਂਤਰੀ ਵਪਾਰ, 2 ਦੇਸ਼ਾਂ ਵਿਚਾਲੇ ਵਪਾਰ ਨੂੰ ਕੌਮਾਂਤਰੀ ਵਪਾਰ ਕਿਹਾ ਜਾਂਦਾ ਹੈ, ਜੋ ਧਰਾਤਲ, ਸਾਗਰੀ ਜਾਂ ਹਵਾਈ ਮਾਰਗ ਰਾਹੀਂ ਕੀਤਾ ਜਾ ਸਕਦਾ ਹੈ। ਕੌਮਾਂਤਰੀ ਵੱਡੇ ਪੱਧਰ 'ਤੇ, ਜਿਨ੍ਹਾਂ 'ਚ ਜਿਵੇਂ ਅਸੀਂ ਹਵਾਈ ਜਹਾਜ਼ਾਂ ਦੇ ਵਿੱਚ ਸਮਾਨ ਲੈ ਕੇ ਆਉਣੇ ਆ ਜਾਂ ਦਿੰਦੇ ਹਾਂ, ਉਹਨਾਂ ਨੂੰ ਅਸੀਂ ਕੌਮਾਂਤਰੀ ਵਪਾਰ ਕਹਿੰਦੇ ਹਾਂ। ਸਥਾਨਕ ਵਪਾਰ ਜਿਹੜਾ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ਵਿਚਾਲੇ ਹੁੰਦਾ, ਇੱਕ ਪਿੰਡ ਤੋਂ ਦੂਜੇ ਪਿੰਡ, ਸ਼ਹਿਰ ਤੋਂ ਸਮਾਨ ਲੈ ਕੇ ਜਿਹੜੇ ਛੋਟੇ ਦੁਕਾਨ ਵਾਲੇ ਹੁੰਦੇ ਨੇ, ਠੀਕ ਹੈ ਜੀ, ਉਹਨੂੰ ਅਸੀਂ ਸਥਾਨਕ ਵਪਾਰ ਕਹਿੰਦੇ ਹਾਂ। ਜਲ ਆਵਾਜਾਈ ਦੇ ਕੋਈ 4 ਲਾਭ ਲਿਖੋ। ਜਲ ਆਵਾਜਾਈ, ਹੁਣ ਇਹਦੇ ਵਿੱਚ ਕੀ ਹੈ, ਕਹਿੰਦੇ ਜਲ ਮਾਰਗਾਂ ਦੇ ਨਿਰਮਾਣ ਅਤੇ ਸਾਂਭ ਸੰਭਾਲ ਦੇ ਖਰਚਾ ਲਗਭਗ ਨਾ ਦੇ ਬਰਾਬਰ ਹੈ, ਠੀਕ ਹੈ, ਕਿਉਂਕਿ ਕੋਈ ਸਾਨੂੰ ਸਪੈਸ਼ਲ ਕੋਈ ਪਟੜੀ ਨਹੀਂ ਵਿਛਾਉਣੀ ਪੈਂਦੀ, ਕੋਈ ਰੇਲ ਨਹੀਂ, ਕੋਈ ਸੜਕ ਨਹੀਂ ਵਿਛਾਉਣੀ ਪੈਂਦੀ। ਪਾਣੀ ਦੇ ਵਿੱਚ ਅਸੀਂ ਜਿਹੜਾ ਹਵਾਈ ਆਪਣਾ ਜਹਾਜ਼ ਹੈ, ਕਿਸ਼ਤੀ ਹੈ, ਸੌਰੀ, ਉਹਨੂੰ ਅਸੀਂ ਚਲਾ ਕੇ ਜਿਹੜਾ ਹੈਗਾ ਆਪਾਂ ਆਵਾਜਾਈ ਦਾ ਕੰਮ ਕਰ ਸਕਦੇ ਹਾਂ। ਰੇਲ ਅਤੇ ਸੜਕ ਆਵਾਜਾਈ ਦੇ ਮੁਕਾਬਲੇ ਜਲ ਆਵਾਜਾਈ ਸਾਧਨ ਬਹੁਤ ਸਸਤੇ ਪੈਂਦੇ ਨੇ। ਜਲ ਆਵਾਜਾਈ ਰਾਹੀਂ ਭਾਰੀ ਵਸਤੂਆਂ ਦੀ ਢੋਆ ਢੁਆਈ ਵੀ ਕਾਫੀ ਸੌਖੀ ਹੁੰਦੀ ਹੈ, ਹੋਰ ਸਾਧਨਾਂ ਦੇ ਮੁਕਾਬਲੇ ਲਾਹੇਵੰਦ ਵੀ ਹੁੰਦੀ ਹੈ। ਅਤੇ ਵਿਦੇਸ਼ੀ ਵਪਾਰ 'ਚ ਜ਼ਿਆਦਾਤਰ ਜਿਹੜੀ ਹੈਗੀ ਆ ਸਾਡੀ ਲੋਕ ਹੈ, ਉਹ ਸਮੁੰਦਰੀ ਜਹਾਜ਼ਰਾਨੀ 'ਤੇ ਹੀ ਨਿਰਭਰ ਕਰਦਾ ਹੈਗਾ, ਜਿਹੜਾ ਵਿਦੇਸ਼ੀ ਵਪਾਰ ਹੈ, ਠੀਕ ਹੈ। ਸਮੁੰਦਰੀ ਜਹਾਜ਼ਾਂ ਰਾਹੀਂ ਜਿਹੜਾ ਸਮਾਨ ਜ਼ਿਆਦਾ ਆਉਂਦਾ ਜਾਂਦਾ ਹੈ। ਨੈਕਸਟ ਹੈ ਅਰਥ ਸ਼ਾਸਤਰ ਤੋਂ ਕੀ ਭਾਵ ਹੈ। ਅਰਥ ਸ਼ਾਸਤਰ ਤੋਂ ਭਾਵ ਘਰੇਲੂ ਪ੍ਰਬੰਧ ਤੋਂ ਹੈ। ਇੱਕ ਵਿਅਕਤੀ ਅਤੇ ਸਰਕਾਰ ਆਪਣੀ ਸੀਮਤ ਸਾਧਨਾਂ, ਜਿਨ੍ਹਾਂ ਦਾ ਵਿਕਲਪਕ ਪ੍ਰਯੋਗ ਹੁੰਦੇ ਹਨ, ਦੀ ਕਿਸ ਤਰ੍ਹਾਂ ਕੁਸ਼ਲ ਵਰਤੋਂ ਕਰਦੇ ਹਨ, ਜਿਸ ਨਾਲ ਵਿਅਕਤੀ ਅਤੇ ਸਮਾਜਿਕ ਕਲਿਆਣ ਅਧਿਕਤਮ ਕੀਤਾ ਜਾ ਸਕਦਾ, ਜਿਹਨੂੰ ਅਸੀਂ ਅਰਥ ਸ਼ਾਸਤਰ ਕਹਿੰਦੇ ਹਾਂ। ਦੁਰਲੱਭਤਾ, ਜਿਵੇਂ ਕਿ ਇਸ ਦੇ ਨਾਂ ਤੋਂ ਹੀ ਆਪਾਂ ਨੂੰ ਲੱਗ ਰਿਹਾ ਦੁਰਲੱਭ, ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਮੰਗ ਹੋਣੀ, ਠੀਕ ਹੈ, ਪਰ ਉਹਦੀ ਕੀ ਹੈ, ਡਿਮਾਂਡ ਘੱਟ ਹੋਣੀ। ਦੁਰਲੱਭਤਾ ਤੋਂ ਭਾਵ ਕਿਸੇ ਵਸਤੂ ਜਾਂ ਸੇਵਾ ਦੀ ਮੰਗ ਉਸ ਦੀ ਉਪਲੱਬਧਤਾ ਨਾਲੋਂ ਵੱਧ ਹੋਣੀ, ਠੀਕ ਹੈ। ਉਸਦੀ ਆਪਣੀ ਮੰਗ ਜ਼ਿਆਦਾ ਹੈ ਪਰ ਉਪਲੱਬਧ ਨਹੀਂ ਹੈਗੀ ਇੰਨੀ ਚੀਜ਼, ਉਹਨੂੰ ਅਸੀਂ ਕੀ ਕਹਾਂਗੇ, ਦੁਰਲੱਭਤਾ। ਵਿਅਸ਼ਟੀ ਅਰਥ ਸ਼ਾਸਤਰ ਤੋਂ ਕੀ ਭਾਵ ਹੈ। ਵਿਅਸ਼ਟੀ ਅਰਥ ਸ਼ਾਸਤਰ ਆਰਥਿਕ ਕਿਰਿਆਵਾਂ ਦਾ ਅਧਿਐਨ ਛੋਟੇ ਪੱਧਰ ਭਾਵ ਇੱਕ ਵਿਅਕਤੀ, ਇੱਕ ਪਰਿਵਾਰ, ਠੀਕ ਹੈ, ਇੱਕ ਫਾਰਮ ਆਦਿ 'ਤੇ ਕਰਦਾ ਹੈ। ਵਿਅਸ਼ਟੀ ਅਰਥ ਸ਼ਾਸਤਰ ਛੋਟੀਆਂ ਕਿਰਿਆਵਾਂ, ਜਿਨ੍ਹਾਂ ਅਸੀਂ ਛੋਟੇ ਛੋਟੇ ਕੰਮ ਚਲਾਉਣੇ ਆ, ਜਿਵੇਂ ਇੱਕ ਪਰਿਵਾਰ ਨੇ ਚਲਾ ਲਿਆ, ਇੱਕ ਵਿਅਕਤੀ ਨੇ ਚਲਾ ਲਿਆ, ਇੱਕ ਫਾਰਮ ਹੋ ਗਿਆ। ਅਤੇ ਸਮਸ਼ਟੀ ਅਰਥ ਸ਼ਾਸਤਰ, ਇਹ 'ਚ ਕੀ ਆ ਗਈਆਂ, ਉਹ ਆਰਥਿਕ ਕਿਰਿਆਵਾਂ ਦਾ ਅਧਿਐਨ ਵੱਡੇ ਪੱਧਰ 'ਤੇ ਭਾਵ ਪੂਰੀ ਅਰਥ ਵਿਵਸਥਾ ਪੱਧਰ 'ਤੇ ਕਰਦਾ ਹੈ, ਠੀਕ ਹੈ। ਵਿਅਸ਼ਟੀ ਦਾ ਸੰਬੰਧ ਛੋਟੇ ਪੱਧਰ ਨਾਲ ਹੈ ਅਤੇ ਸਮਸ਼ਟੀ ਅਰਥ ਸ਼ਾਸਤਰ ਦਾ ਸੰਬੰਧ ਆਰਥਿਕ ਕਿਰਿਆਵਾਂ ਦੇ ਵੱਡੇ ਅਧਿਐਨ ਨਾਲ ਹੈ। ਉਪਭੋਗ ਤੋਂ ਕੀ ਭਾਵ ਹੈ। ਉਪਭੋਗ ਤੋਂ
ਭਾਵ ਵੱਖ-ਵੱਖ ਵਸਤੂਆਂ ਅਤੇ ਸੇਵਾਵਾਂ ਦੀ ਵਰਤੋਂ ਕਰਨ ਨਾਲ ਹੈ, ਜਿਸ ਤੋਂ ਪ੍ਰਤੱਖ ਸੰਤੁਸ਼ਟੀ ਪ੍ਰਾਪਤ ਕੀਤੀ ਜਾ ਸਕੇ। ਵੈਰੀ ਇੰਪੋਰਟੈਂਟ ਕੁਐਸਚਨ ਨੇ ਜੀ, ਇਹ ਸਾਰੇ ਧਿਆਨ ਨਾਲ ਸੁਣਨੇ ਚਾਹੀਦੇ ਨੇ। ਉਪਭੋਗਤਾ ਤੋਂ ਕੀ ਭਾਵ ਹੈ? ਉਪਭੋਗਤਾ ਤੋਂ ਭਾਵ ਉਹ ਖਪਤਕਾਰ ਜਾਂ ਉਹ ਲੋਕ ਜੋ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਚੀਜ਼ਾਂ ਅਤੇ ਸੇਵਾਵਾਂ ਖਰੀਦਦੇ ਜਾਂ ਵਰਤਦੇ ਹਨ। ਠੀਕ ਆ, ਉਪਭੋਗਤਾ ਆਪਾਂ ਹੀ ਲੋਕ ਹੋ ਗਏ, ਆਪਾਂ ਨੂੰ ਉਪਭੋਗਤਾ ਕਹਿੰਦੇ ਨੇ। ਆਪਾਂ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਚੀਜ਼ਾਂ ਅਤੇ ਸੇਵਾਵਾਂ ਖਰੀਦਦੇ ਜਾਂ ਵਰਤਦੇ ਹਾਂ। ਨਿਵੇਸ਼ ਤੋਂ ਭਾਵ ਇੱਕ ਨਿਸ਼ਚਿਤ ਸਮੇਂ ਭਾਵ 1 ਸਾਲ ਦੀ ਸਮਾਂ ਅਵਧੀ ਦੇ ਦੌਰਾਨ ਪੂੰਜੀ ਭੰਡਾਰ ਵਿੱਚ ਹੋਣ ਵਾਲੇ ਵਾਧੇ 'ਚ ਹੈ, ਸਾਨੂੰ ਕਿੰਨਾ ਮੁਨਾਫਾ ਹੋਇਆ। ਠੀਕ ਹੈ, ਉਹਨੂੰ ਅਸੀਂ ਨਿਵੇਸ਼ ਕਹਿੰਦੇ ਹਾਂ। ਬੱਚਤ ਤੋਂ ਭਾਵ ਆਮਦਨ ਦੇ ਉਸ ਭਾਗ ਤੋਂ ਜਿਸ ਨੂੰ ਖਰਚ ਨਹੀਂ ਕੀਤਾ ਜਾਂਦਾ। ਠੀਕ ਹੈ, ਅਸੀਂ ਸੇਵਿੰਗ ਕਰਦੇ ਹਾਂ, ਅਸੀਂ ਵੀ ਇਹ ਖਰਚ ਨਹੀਂ ਕਰਨੀ। ਮੁੰਦਰਾ ਸਫੀਤੀ ਤੋਂ ਭਾਵ ਕਿਸੇ ਅਰਥ ਵਿਵਸਥਾ ਵਿੱਚ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਅਤੇ ਲੰਮੇ ਸਮੇਂ ਵਿੱਚ ਹੋਣ ਵਾਲੇ ਵਾਧੇ ਤੋਂ ਹੈ। ਕੀਮਤਾਂ ਦਿਨੋਂ ਦਿਨ ਵੱਧ ਰਹੀਆਂ ਨੇ, ਉਹਨੂੰ ਅਸੀਂ ਕੀ ਕਹਾਂਗੇ? ਠੀਕ ਹੈ, ਕੀਮਤਾਂ ਵਿੱਚ ਲਗਾਤਾਰ ਲੰਮੇ ਸਮੇਂ ਤੋਂ ਹੋਣ ਵਾਲਾ ਕੀ ਹੈ ਬੇਟਾ? ਵਾਧਾ ਹੈ। ਨੈਕਸਟ, ਸਰਕਾਰੀ ਬਜਟ ਤੋਂ ਭਾਵ ਇੱਕ ਵਿੱਤੀ ਸਾਲ ਦੇ ਦੌਰਾਨ ਸਰਕਾਰ ਦੀ ਅਨੁਮਾਨਿਤ ਆਮਦਨ ਅਤੇ ਅਨੁਮਾਨਿਤ ਖਰਚ ਦੇ ਵਿਊਰੇ ਤੋਂ ਹੈ। ਠੀਕ ਹੈ, ਵਿੱਤੀ ਸਾਲ 'ਚ ਅਸੀਂ ਕੀ ਕਰਦੇ ਹਾਂ? ਆਪਾਂ ਸਰਕਾਰ ਦਾ ਅਨੁਮਾਨ ਲਗਾਉਣੇ, ਇੰਨੀ ਤਨਖਾਹ ਮਿਲੂਗੀ, ਅਤੇ ਅਨੁਮਾਨਿਤ ਖਰਚ ਦਾ ਵਿੱਤੀ ਵਿਊਰਾ ਰੱਖਦੇ ਹਾਂ। ਸਰਕਾਰੀ ਆਮਦਨ ਦੀਆਂ ਕੁਝ ਮਦਾਂ ਦਾ ਵਰਣਨ ਕਰੋ। ਹੁਣ ਇਹ ਕੁਐਸਚਨ ਦੇ ਵਿੱਚ ਹੀ ਕਈ ਬੱਚੇ ਕਨਫਿਊਜ਼ ਹੋ ਜਾਣਗੇ ਵੀ ਪਤਾ ਨਹੀਂ ਕੀ ਕੁਐਸਚਨ ਬਣਦਾ। ਕੁਛ ਵੀ ਨਹੀਂ ਕੁਐਸਚਨ ਹੈਗਾ ਬੇਟਾ, ਡਰਨਾ ਨਹੀਂ ਹੈਗਾ। ਅਸੀਂ ਕੁਐਸਚਨ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਸਰਕਾਰੀ ਆਮਦਨ ਦੀਆਂ ਮੁੱਖ ਮਦਾਂ ਵਿੱਚ ਵਸਤੂ ਅਤੇ ਸੇਵਾ ਕਰ, ਆਮਦਨ ਕਰ, ਅਬਕਾਰੀ ਕਰ ਆਦਿ ਹੁੰਦੇ ਹਨ। ਸਰਕਾਰ ਦੇ ਗੈਰ ਸਾਧਨਾਂ ਵਿੱਚ ਮੁੱਖ ਤੌਰ 'ਤੇ ਸਰਕਾਰ ਨੂੰ ਪ੍ਰਾਪਤ ਹੋਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਫੀਸਾਂ, ਜੁਰਮਾਨੇ, ਦਾਨ ਆਦਿ ਸ਼ਾਮਲ। ਯਾਨੀ ਕਿ ਸਰਕਾਰ ਦੀ ਆਮਦਨ ਕਿੱਥੋਂ ਆਉਂਦੀ ਹੈ? ਠੀਕ ਹੈ, ਆਮਦਨ ਟੈਕਸ ਕਰ ਹੁੰਦੇ ਨੇ, ਆਪਾਂ ਭਰਨੇ ਹੁੰਦੇ, ਅਬਕਾਰੀ ਕਰ ਹੁੰਦੇ, ਜੁਰਮਾਨੇ, ਦਾਨ, ਉਹ ਸਾਰੀ ਨੂੰ ਅਸੀਂ ਕਾਹ 'ਚ ਇਨਕਲੂਡ ਕਰਾਂਗੇ? ਸਰਕਾਰ ਦੀ ਆਮਦਨ 'ਚ ਕਰਾਂਗੇ। ਹੁਣ ਸਰਕਾਰ ਖਰਚ ਕਿੱਥੇ ਕਰਦੀ ਹੈ? ਸਰਕਾਰ ਖਰਚ ਕਰਦੀ ਹੈ ਸੁਰੱਖਿਆ, ਦੇਸ਼ ਦੀ ਸੁਰੱਖਿਆ 'ਤੇ, ਪੁਲਿਸ 'ਤੇ, ਸਕੂਲ 'ਤੇ, ਹਸਪਤਾਲ 'ਤੇ। ਠੀਕ ਹੈ, ਇਹ ਸਾਰਾ ਕੁਛ ਕੀ ਆ ਗਿਆ? ਖੇਤੀਬਾੜੀ 'ਤੇ, ਸਮਾਜਿਕ ਕਲਿਆਣ 'ਤੇ। ਇਹ ਸਾਰੇ ਜਿਹੜੇ ਪੱਖ ਹੈਗੇ ਸਰਕਾਰੀ ਖਰਚ ਦੀਆਂ ਕੁਝ ਮਦਾਂ। ਜੇ ਵੱਡਾ ਕੁਐਸਚਨ ਆਉਂਦਾ ਤਾਂ ਇਹ ਅਸੀਂ ਹੈਡਿੰਗ ਬਣਾ ਕੇ ਲਿਖ ਲਾਂਗੇ, ਜਿਵੇਂ ਸਰਕਾਰੀ ਆਮਦਨ ਦੀਆਂ ਕੁਝ ਮਦਾਂ। ਠੀਕ ਹੈ, ਆਮਦਨ ਕਰ, ਸੇਵਾ ਕਰ, ਇਹਨਾਂ ਦੇ ਅਸੀਂ ਹੈਡਿੰਗ ਬਣਾ ਕੇ ਐਕਸਪਲੇਨ ਕਰ ਲਾਂਗੇ। ਫੀਸਾਂ ਹੁੰਦੀਆਂ ਨੇਗੀਆਂ, ਠੀਕ ਹੈ, ਸਰਕਾਰ ਦੇ ਖਜ਼ਾਨੇ 'ਚ ਜਾਂਦੀਆਂ ਨੇ। ਜੁਰਮਾਨੇ ਹੁੰਦੇ ਨੇਗੇ, ਉਹ ਸਰਕਾਰ ਦੇ ਖਜ਼ਾਨੇ 'ਚ। ਇਹਨਾਂ ਨੂੰ ਅਸੀਂ ਹੈਡਿੰਗ ਬਣਾ ਕੇ ਐਕਸਪਲੇਨ ਕਰ ਦਾਂਗੇ ਜੇ ਸਾਨੂੰ ਇਹ ਵੱਡਾ ਕੁਐਸਚਨ ਆਉਂਦਾ ਗਾ। ਨੈਕਸਟ ਹੈ ਸਰਵਜਨਕ ਵਿੱਤ ਤੋਂ ਕੀ ਭਾਵ ਹੈ? ਸਰਵਜਨਕ ਵਿੱਤ ਤੋਂ ਭਾਵ ਸਰਕਾਰ ਦੇ ਵਿੱਤ ਸਾਧਨਾਂ ਭਾਵ ਸਰਕਾਰ ਦੀ ਆਮਦਨ ਅਤੇ ਖਰਚ ਨਾਲ ਸੰਬੰਧਿਤ ਸਾਧਨਾਂ ਤੋਂ ਹੈ। ਸਰਵਜਨਕ ਕਰਜ਼ ਤੋਂ ਕੀ ਭਾਵ ਹੈ? ਸਰਵਜਨਕ ਕਰਜ਼ ਤੋਂ ਭਾਵ ਸਰਕਾਰ ਦੁਆਰਾ ਆਪਣੀ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰੇਕ ਤਰ੍ਹਾਂ ਦੇ ਅੰਦਰੂਨੀ ਅਤੇ ਬਾਹਰੀ ਸਾਧਨਾਂ ਤੋਂ ਲਏ ਗਏ ਕਰਜ਼ੇ ਤੋਂ ਹੈ। ਸਰਵਜਨਕ ਕਰਜ਼ ਜਿਹੜੇ ਸਰਕਾਰ ਲੈਂਦੀ ਹੈ, ਉਹ ਆਪਾਂ ਆਮ ਲੋਕ ਨਹੀਂ ਲੈਂਦੇ। ਠੀਕ ਹੈ, ਸਰਕਾਰ ਆਪਦੀਆਂ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਕੀ ਕਰਦੀ ਹੈ? ਅੰਦਰੂਨੀ ਅਤੇ ਬਾਹਰੀ ਸਾਧਨਾਂ ਤੋਂ ਲੈ ਕੇ ਕਰਜ਼ ਨੂੰ ਅਸੀਂ ਕਹਿੰਦੇ ਆਂਗੇ। ਮੌਦਰਿਕ ਨੀਤੀ, ਹੁਣ ਦੇਖੋ ਇਹਦੇ ਕੁਐਸਚਨ 'ਚ ਕੀ ਹੈ? ਆਪਾਂ ਨੂੰ ਐਂ ਲੱਗਦਾ ਵੀ ਕਿੰਨਾ ਔਖਾ ਕੁਐਸਚਨ ਹੈ, ਪਤਾ ਨਹੀਂ ਕੀ ਹੈ, ਹੈ ਨਾ। ਮੌਦਰਿਕ ਨੀਤੀ ਤੋਂ ਭਾਵ ਕਿਸੇ ਦੇਸ਼ ਦੀ ਕੇਂਦਰੀ ਬੈਂਕ ਅਤੇ ਸਰਕਾਰ ਦੁਆਰਾ ਅਪਣਾਈ ਜਾਣ ਵਾਲੀ ਉਸ ਨੀਤੀ ਤੋਂ ਹੈ ਜਿਸ ਵਿੱਚ ਮੁੰਦਰਾ ਦੀ ਮੰਗ, ਮੁੰਦਰਾ ਦੀ ਪੂਰਤੀ, ਇਸ ਨਾਲ ਸੰਬੰਧਿਤ ਸਾਰੇ ਪੱਖਾਂ ਨੂੰ ਨਿਯੰਤਰਿਤ ਕੀਤਾ ਜਾਂਦਾ ਹੈ। ਠੀਕ ਹੈ, ਕੁਛ ਵੀ ਨਹੀਂ ਹੈਗਾ। ਸਰਕਾਰ ਦੀ ਰਾਜਕੋਸ਼ੀ ਨੀਤੀ ਤੋਂ ਤੁਹਾਡਾ ਕੀ ਭਾਵ ਹੈ? ਵੈਰੀ ਈਜ਼ੀ ਕੁਐਸਚਨ ਐਂਡ ਮੋਸਟ ਇੰਪੋਰਟੈਂਟ ਕੁਐਸਚਨ। ਰਾਜਕੋਸ਼ੀ ਨੀਤੀ ਸਰਕਾਰ ਦੀ ਆਮਦਨ ਤੇ ਖਰਚ ਨਾਲ ਸੰਬੰਧਿਤ ਨੀਤੀ ਹੈ। ਰਾਜਕੋਸ਼ੀ ਨੀਤੀ ਸਰਕਾਰ ਦੀ ਆਮਦਨ ਅਤੇ ਖਰਚ ਨਾਲ ਸੰਬੰਧਿਤ ਨੀਤੀ ਹੈ। ਠੀਕ ਹੈ, ਤੇ ਮੌਦਰਿਕ ਨੀਤੀ 'ਚ ਕੀ ਹੁੰਦਾ? ਠੀਕ ਹੈ, ਮੁੰਦਰਾ ਦੀ ਮੰਗ, ਮੁੰਦਰਾ ਦੀ ਪੂਰਤੀ, ਇਹ ਸਾਰੇ ਪੱਖਾਂ ਨੂੰ ਨਿਯੰਤਰਿਤ ਕੀਤਾ ਜਾਂਦਾ ਵੀ ਭਾਈ ਮੁੰਦਰਾ ਦੀ ਮੰਗ ਤੇ ਇਹਨੂੰ ਪੂਰਤੀ ਕਰੋ। ਫਿਰ ਜਿਹੜੀ ਰਾਜਕੋਸ਼ੀ ਹੈ, ਸਰਕਾਰ ਦੀ ਕਿੰਨੀ ਆਮਦਨ ਹੈ, ਖਰਚ, ਸਾਰੇ ਨਾਲ ਸੰਬੰਧਿਤ ਹੁੰਦੀ ਹੈ। ਨੈਕਸਟ, ਟਿਕਾਊ ਵਿਕਾਸ ਤੋਂ ਕੀ ਭਾਵ ਹੈ? ਟਿਕਾਊ ਵਿਕਾਸ ਤੋਂ ਭਾਵ ਅਜਿਹੀ ਵਿਕਾਸ ਪ੍ਰਕਿਰਿਆ ਤੋਂ ਹੈ ਜੋ ਵਾਤਾਵਰਣ ਦੀ ਸੁਰੱਖਿਆ ਦੇ ਨਾਲ ਨਾਲ ਵਰਤਮਾਨ ਅਤੇ ਭਵਿੱਖ ਦੀਆਂ ਦੋਹਾਂ ਪੀੜ੍ਹੀਆਂ ਵਿੱਚ ਦੀਆਂ ਲੋੜਾਂ ਨੂੰ ਧਿਆਨ 'ਚ ਰੱਖਦੀ ਹੈ। ਠੀਕ ਹੈ, ਟਿਕਾਊ ਵਿਕਾਸ। ਟਿਕਾਊ ਵਿਕਾਸ ਤੋਂ ਭਾਵ ਅਜਿਹੀ ਵਿਕਾਸ ਪ੍ਰਕਿਰਿਆ ਤੋਂ ਹੈ ਜੋ ਵਾਤਾਵਰਣ ਦੀ ਸੁਰੱਖਿਆ ਦੇ ਨਾਲ ਨਾਲ ਵਰਤਮਾਨ ਅਤੇ ਭਵਿੱਖ ਦੋਹਾਂ ਪੀੜ੍ਹੀਆਂ ਨਾਲ ਧਿਆਨ ਹੈ। ਰਾਸ਼ਟਰੀ ਆਮਦਨ ਤੋਂ ਕੀ ਭਾਵ ਹੈ? ਰਾਸ਼ਟਰੀ ਆਮਦਨ ਦਾ ਅਰਥ ਇੱਕ ਦੇਸ਼ ਦੇ ਨਿਵਾਸੀਆਂ ਨੂੰ ਖਾਸ ਅਵਧੀ ਦੌਰਾਨ ਉਹਨਾਂ ਦੀ ਉਤਪਾਦਕ ਸੇਵਾਵਾਂ ਦੇ ਬਦਲੇ ਪ੍ਰਾਪਤ ਹੋਣ ਵਾਲੀ ਕੁੱਲ ਆਮਦਨ ਭਾਵ ਮਜ਼ਦੂਰੀ, ਵਿਆਜ, ਲਗਾਨ ਅਤੇ ਲਾਭ ਦੇ ਕੁੱਲ ਜੋੜ ਤੋਂ ਹੈ।
ਠੀਕ ਹੈ। ਇਹ ਸਾਰੇ ਦੇਸ਼ ਦੇ ਨਿਵਾਸੀਆਂ ਦੀ ਹੈ। ਇਹ ਇਕੱਲੇ ਇੱਕ ਬੰਦੇ ਦੀ ਤਨਖਾਹ ਨੂੰ ਅਸੀਂ ਰਾਸ਼ਟਰੀ ਆਮਦਨ ਨਹੀਂ ਕਹਿ ਸਕਦੇ। ਉਹਨਾਂ ਨੂੰ ਕਿੰਨੀ ਮਜ਼ਦੂਰੀ ਮਿਲ ਰਹੀ ਹੈ, ਕਿੰਨਾ ਵਿਆਜ ਮਿਲ ਰਿਹਾ, ਕਿੰਨਾ ਲਾਭ, ਇਹ ਸਾਰਿਆਂ ਦਾ ਜੋੜ ਮਿਲਾ ਕੇ ਅਸੀਂ ਕੀ ਕਹਿ ਦਾਂਗੇ, ਰਾਸ਼ਟਰੀ ਆਮਦਨ। ਪ੍ਰਤੀ ਵਿਅਕਤੀ ਆਮਦਨ ਸਿਰਫ ਇੱਕ ਵਿਅਕਤੀ ਦੀ ਔਸਤ ਆਮਦਨ ਤੋਂ ਹੈ। ਇਸ ਦਾ ਪਤਾ ਇੱਕ ਦੇਸ਼ ਦੇ ਰਾਸ਼ਟਰੀ ਆਮਦਨ ਨੂੰ ਉਸ ਦੇਸ਼ ਦੀ ਜਨਸੰਖਿਆ ਨਾਲ ਭਾਗ ਕਰਕੇ ਲਗਾਇਆ ਜਾਂਦਾ ਹੈ। ਸ਼ਿਸ਼ੂ ਮੌਤ ਦਰ ਅਸੀਂ ਪਹਿਲਾਂ ਵੀ ਕਰਕੇ ਹਟੇ ਹਾਂ ਬੇਟਾ। 1 ਸਾਲ ਦੀ ਜੀਵਨ ਅਵਧੀ ਪੂਰੀ ਹੋਣ ਤੋਂ ਪਹਿਲਾਂ, ਠੀਕ ਹੈ, ਪ੍ਰਤੀ 1000 ਨਵਜੰਮੇ ਬੱਚਿਆਂ ਦੇ ਪਿੱਛੇ, ਠੀਕ ਹੈ, ਮਰ ਜਾਣ ਵਾਲੇ ਬੱਚਿਆਂ ਦੀ ਗਿਣਤੀ ਤੋਂ ਹੈ। 1 ਸਾਲ ਦੀ ਅਵਧੀ ਪੂਰੀ ਹੋਣ ਤੋਂ ਪਹਿਲਾਂ ਜਿਹੜੇ ਵੀ ਬੱਚਿਆਂ ਦੀ ਕੋਈ 6 ਮਹੀਨੇ ਦਾ, ਕੋਈ 7 ਮਹੀਨੇ ਦਾ, 10 ਮਹੀਨੇ ਦਾ ਬੱਚੇ ਜਿਹਦੀ ਵੀ ਡੈਥ ਹੋ ਜਾਂਦੀ ਹੈ 1000 ਪਿੱਛੇ, ਠੀਕ ਹੈ, ਨਵਜੰਮੇ ਬੱਚਿਆਂ ਦੀ ਪਿੱਛੇ ਮਰ ਜਾਣ ਵਾਲੇ ਬੱਚਿਆਂ ਦੀ ਗਿਣਤੀ ਤੋਂ ਹੁੰਦੀ ਹੈ ਸ਼ਿਸ਼ੂ ਮੌਤ ਦਰ। ਨੈਕਸਟ ਹੈ ਲਿੰਗ ਅਨੁਪਾਤ, ਵੈਰੀ ਇੰਪੋਰਟੈਂਟ ਕੁਐਸਚਨ। ਇਸ 'ਚ ਵੀ 1000 ਪੁਰਸ਼ਾਂ ਦੇ ਪਿੱਛੇ ਇਸਤਰੀਆਂ ਦੀ ਸੰਖਿਆ ਤੋਂ ਹੈ। ਲਿੰਗ ਅਨੁਪਾਤ ਤੋਂ ਭਾਵ ਪ੍ਰਤੀ 1000 ਪੁਰਸ਼ਾਂ ਦੇ ਪਿੱਛੇ ਇਸਤਰੀਆਂ ਦੀ ਸੰਖਿਆ ਤੋਂ ਹੈ। ਲੋਕਾਂ ਦੇ ਜੀਵਨ ਪੱਧਰ ਤੋਂ ਕੀ ਭਾਵ ਹੈ, ਉਹਨਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ, ਸਾਰਿਆਂ ਲਈ ਸਿੱਖਿਆ, ਪੂਰਨ ਰੋਜ਼ਗਾਰ, ਜਾਤ ਦੀਆਂ ਸੁੱਖ ਸੁਵਿਧਾਵਾਂ ਮਿਲਣ ਤੋਂ ਹੈ ਲੋਕਾਂ ਦਾ ਜੀਵਨ ਪੱਧਰ। ਜੇ ਉਹਨਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਮਿਲ ਰਹੀਆਂ ਨੇ, ਵਧੀਆ ਐਜੂਕੇਸ਼ਨ ਮਿਲ ਰਹੀ ਹੈ, ਪੂਰਾ ਰੁਜ਼ਗਾਰ ਮਿਲ ਰਿਹਾ, ਤਾਂ ਅਸੀਂ ਕਹਿ ਸਕਦੇ ਹਾਂ ਵੀ ਬਈ ਆਹ ਦੇਸ਼ ਦੇ ਲੋਕਾਂ ਦਾ ਜੀਵਨ ਪੱਧਰ ਬਹੁਤ ਵਧੀਆ, ਉੱਚਾ ਜੀਵਨ ਪੱਧਰ ਹੈ। ਠੀਕ ਹੈ ਜੀ। ਨੈਕਸਟ ਹੈ ਸਾਖਰਤਾ ਦਰ। ਇਸ ਦੇ ਕੁਐਸਚਨ 'ਚੋਂ ਹੀ ਆਨਸਰ ਕਲੀਅਰ ਹੋ ਰਿਹਾ ਬੇਟਾ। ਸਾਖਰਤਾ ਦਰ ਤੋਂ ਭਾਵ ਜਨਸੰਖਿਆ ਦੇ ਉਸ ਭਾਗ ਤੋਂ ਹੈ ਜੋ ਕਿ ਸਮਝਣ, ਪੜ੍ਹਨ ਅਤੇ ਲਿਖਣ ਦੀ ਯੋਗਤਾ ਰੱਖਦੇ ਨੇ। ਸਾਖਰ ਨੇ ਜਿਹੜੇ, ਠੀਕ ਹੈ, ਜਿਹੜੇ ਨਹੀਂ ਪੜ੍ਹੇ ਉਹਨਾਂ ਨੂੰ ਅਸੀਂ ਗੈਰ ਸਾਖਰ ਕਹਿ ਸਕਦੇ ਹਾਂ। ਇਸ ਤੋਂ ਕਿਸੇ ਵੀ ਖੇਤਰ ਦੇ ਲੋਕਾਂ ਦੀ ਸਿੱਖਿਆ ਪ੍ਰਾਪਤੀ ਦੇ ਪੱਧਰ ਦਾ ਪਤਾ ਲੱਗਦਾ ਹੈ। ਸਾਖਰਤਾ ਦਰ ਬਰਾਬਰ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਕੁੱਲ ਆਬਾਦੀ ਗੁਣਾ 100। HDI ਦਾ ਪੂਰਾ ਨਾਮ ਮੋਸਟ ਇੰਪੋਰਟੈਂਟ ਹਿਊਮਨ ਡਿਵੈਲਪਮੈਂਟ ਇੰਡੈਕਸ, ਪੰਜਾਬੀ 'ਚ ਵੀ ਅਸੀਂ ਲਿਖ ਸਕਦੇ ਹਾਂ ਮਾਨਵ ਵਿਕਾਸ ਸੂਚਕ ਅੰਕ। ਗਰੀਬੀ ਰੇਖਾ ਤੋਂ ਭਾਵ ਜਨਸੰਖਿਆ ਦੇ ਉਸ ਭਾਗ ਤੋਂ ਹੈ ਜੋ ਆਪਣੀਆਂ ਮੂਲਭੂਤ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਦੇ। ਠੀਕ ਹੈ ਜੀ, ਘੋਰ ਗਰੀਬੀ ਵਿੱਚ ਰਹਿੰਦੇ ਨੇ। ਨੈਕਸਟ ਹੈ ਕਿੰਨੀ ਜਨਸੰਖਿਆ ਸਾਡੀ ਗਰੀਬੀ ਰੇਖਾ ਦੇ ਹੇਠਾਂ, 21.9। ਠੀਕ ਹੈ, ਅਤੇ ਕੇਰਲ ਇੱਕ ਇਹੋ ਜਿਹਾ ਰਾਜ ਹੈ ਜਿੱਥੇ ਪ੍ਰਤੀ ਵਿਅਕਤੀ ਆਮਦਨ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਜਨਸੰਖਿਆ ਦੇ ਆਧਾਰ 'ਤੇ ਕੇਰਲ, ਪੰਜਾਬ, ਬਿਹਾਰ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕੌਣ ਕਰਦਾ, ਕੇਰਲ ਕਰਦਾ। ਸਭ ਤੋਂ ਵੱਧ ਪੜ੍ਹੇ ਲਿਖੇ ਵੀ ਤੁਹਾਨੂੰ ਉੱਥੇ ਮਿਲਣਗੇ। ਠੀਕ ਹੈ ਜੀ। ਲਿੰਗ ਅਨੁਪਾਤ, ਸਾਖਰਤਾ ਦਰ, ਜੋ ਵੀ ਹੈਗਾ ਦਾ ਬਹੁਤ ਵਧੀਆ ਰਾਜ ਹੈ ਜੀ ਕੇਰਲ। ਠੀਕ ਹੈ, ਤਾਂ ਅਸੀਂ ਕੇਰਲ ਹੀ ਟਿੱਕ ਲਗਾ ਕੇ ਆਵਾਂਗੇ। ਵਸਤੂ ਵਟਾਂਦਰਾ ਪ੍ਰਣਾਲੀ ਕਿਹੜੀ ਪ੍ਰਣਾਲੀ ਹੁੰਦੀ ਹੈ? ਇਹ ਉਹ ਪ੍ਰਣਾਲੀ ਜਿਸ ਵਿੱਚ ਵਸਤੂਆਂ ਦਾ ਵਟਾਂਦਰਾ ਵਸਤੂਆਂ ਨਾਲ ਹੀ ਹੁੰਦਾ ਹੈ। ਇਸ ਨੂੰ CC ਸਿਸਟਮ ਵੀ ਅਰਥਾਤ ਵਸਤੂ ਵਟਾਂਦਰਾ ਪ੍ਰਣਾਲੀ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਉਧਾਰ ਦੇ ਰਸਮੀ ਸਰੋਤ ਕਿਹੜੇ ਨੇ? ਰਸਮੀ ਉਹਦੇ ਜਿਹੜੇ ਲਿਖਤ ਪੜ੍ਹਤ ਹੁੰਦੀ ਹੈ ਜਿਨ੍ਹਾਂ 'ਚ, ਜਿਵੇਂ ਉਧਾਰ ਦੇ ਰਸਮੀ ਸਰੋਤ ਬੈਂਕ, ਸਹਿਕਾਰੀ ਸਭਾਵਾਂ। ਅਸੀਂ ਬੈਂਕ ਤੋਂ ਉਧਾਰ ਲੈਣਾ ਤਾਂ ਸਾਡਾ ਸਾਰਾ ਜਿਹੜਾ ਹੈਗਾ ਲਿਖਤ ਪੜ੍ਹਤ ਹੋਵੇਗੀ। ਗੈਰ ਰਸਮੀ, ਠੀਕ ਹੈ, ਸ਼ਾਹੂਕਾਰ। ਵੈਸੇ ਤਾਂ ਹੁਣ ਇਹਨਾਂ ਆਪਾਂ ਕੋਈ ਰਿਸ਼ਤੇਦਾਰ ਹੋ ਗਿਆ, ਵਪਾਰੀ ਹੋ ਗਿਆ, ਮਾਲਕ ਹੋ ਗਿਆ, ਆਪਾਂ ਐਂ ਲਿਆਉਣੇ ਵੀ ਭਾਈ ਤੇਰੇ 6 ਮਹੀਨੇ ਬਾਅਦ, ਸਾਲ ਬਾਅਦ, ਹੈ ਨਾ, ਕੋਈ ਜ਼ਿਆਦਾ ਲਿਖਤ ਪੜ੍ਹਤ ਨਹੀਂ ਹੁੰਦੀ, ਉਹਨੂੰ ਅਸੀਂ ਕੀ ਕਹਿੰਦੇ, ਗੈਰ ਰਸਮੀ ਸਰੋਤ। ਠੀਕ ਹੈ, ਇਹ ਵੱਡਾ ਕੁਐਸਚਨ ਵੀ ਜੇ ਆਉਂਦਾ ਤਾਂ ਤੁਸੀਂ ਇਹਨਾਂ ਨੂੰ ਹੈਡਿੰਗ ਬਣਾ ਸਕਦੇ ਹੋ। ਉਧਾਰ ਦੇ ਰਸਮੀ ਸਰੋਤ ਬੈਂਕ ਨੰਬਰ 1, ਠੀਕ ਹੈ। ਨੰਬਰ 2 ਸਹਿਕਾਰੀ ਸਭਾਵਾਂ, ਗੈਰ ਰਸਮੀ ਸਰੋਤ ਸ਼ਾਹੂਕਾਰ। ਅੱਗੇ ਤੁਸੀਂ ਐਕਸਪਲੇਨ ਕਰ ਹੀ ਸਕਦੇ ਹੋ। ਠੀਕ ਹੈ। ਅਰਥ ਵਿਵਸਥਾ ਤੋਂ ਕੀ ਭਾਵ ਹੈ? ਅਰਥ ਵਿਵਸਥਾ ਤੋਂ ਭਾਵ ਉਸ ਪ੍ਰਬੰਧ ਤੋਂ ਹੈ ਜਿਸ ਦੇ ਮੁਤਾਬਿਕ ਆਰਥਿਕ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਸਾਨੂੰ ਆਰਥਿਕ ਕਿਰਿਆਵਾਂ ਦੇ ਸੁਭਾਅ ਅਤੇ ਪੱਧਰ ਬਾਰੇ ਜਾਣਕਾਰੀ ਮਿਲਦੀ ਹੈ। ਅਰਥ ਵਿਵਸਥਾ ਨੂੰ ਕਿਸੇ ਦੇਸ਼ ਦੇ ਖੇਤਰ ਜਾਂ ਸੀਮਾ ਤੱਕ ਸੀਮਿਤ ਨਹੀਂ ਕੀਤਾ ਜਾਣਾ ਚਾਹੀਦਾ। ਨਿੱਜੀ ਖੇਤਰ, ਠੀਕ ਹੈ, ਨਿੱਜੀ ਖੇਤਰ ਉਹ ਖੇਤਰ ਪੂੰਜੀਵਾਦੀ ਖੇਤਰ ਵੀ ਕਿਹਾ ਜਾਂਦਾ। ਇਸ ਵਿੱਚ ਉਹ ਸਾਰੇ ਖੇਤਰਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜਿਨ੍ਹਾਂ 'ਤੇ ਨਿੱਜੀ ਖੇਤਰ ਦਾ ਪੂਰਾ ਅਧਿਕਾਰ ਹੁੰਦਾ ਹੈ। ਠੀਕ ਹੈ। ਪ੍ਰਾਥਮਿਕ ਖੇਤਰ, ਪ੍ਰਾਥਮਿਕ ਖੇਤਰ ਤੋਂ ਭਾਵ ਅਜਿਹੇ ਖੇਤਰ ਤੋਂ ਹੈ ਜਿਸ ਦਾ ਸੰਬੰਧ ਉਹਨਾਂ ਕਿਰਿਆਵਾਂ ਦੇ ਨਾਲ ਹੈ ਜੋ ਸਿੱਧੇ ਤੌਰ 'ਤੇ ਕੁਦਰਤ 'ਤੇ ਨਿਰਭਰ ਕਰਦੀਆਂ ਨੇ। ਠੀਕ ਹੈ, ਪ੍ਰਾਥਮਿਕ ਤੌਰ 'ਤੇ, ਮੁੱਢਲੇ ਪੱਧਰ 'ਤੇ। ਕਿਉਂਕਿ ਇਹਨਾਂ ਕਿਰਿਆਵਾਂ ਵਿੱਚ ਕੁਦਰਤ ਦੁਆਰਾ ਦਿੱਤੇ ਗਏ ਸਾਧਨ ਜਿਵੇਂ ਕਿ ਭੂਮੀ, ਵਨਸਪਤੀ, ਖਣਿਜ ਪਦਾਰਥਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ।
ਨੈਕਸਟ ਹੈ ਵਿਦੇਸ਼ੀ ਵਪਾਰ ਤੋਂ ਭਾਵ। ਵਿਦੇਸ਼ੀ ਵਪਾਰ ਉਹ ਹੈ ਜੋ ਵੱਖ-ਵੱਖ ਦੇਸ਼ਾਂ ਵਿਚਕਾਰ ਨਿਰਯਾਤ ਤੇ ਆਯਾਤ ਦੇ ਰੂਪ ਵਿੱਚ ਕੀਤਾ ਜਾਂਦਾ, ਉਸ ਨੂੰ ਅਸੀਂ ਵਿਦੇਸ਼ੀ ਵਪਾਰ ਕਹਿੰਦੇ ਹਾਂ। ਮਨੁੱਖੀ ਪੂੰਜੀ ਤੋਂ ਕੀ ਭਾਵ ਹੈ? ਕੁਸ਼ਲ ਅਤੇ ਯੋਗ ਵਿਅਕਤੀਆਂ ਦੇ ਕੁੱਲ ਭੰਡਾਰ ਤੋਂ। ਸਾਡੇ ਦੇਸ਼ ਵਿੱਚ ਕਿੰਨੇ ਕੁਸ਼ਲ ਤੇ ਯੋਗ ਵਿਅਕਤੀ ਦੇ ਕੁੱਲ ਭੰਡਾਰ ਨੇ, ਉਹਨਾਂ ਨੂੰ ਅਸੀਂ ਮਨੁੱਖੀ ਪੂੰਜੀ ਕਹਾਂਗੇ। FDI ਦਾ ਫੁੱਲ ਨੇਮ, ਵੈਰੀ ਇੰਪੋਰਟੈਂਟ ਕੁਐਸਚਨ, ਠੀਕ ਹੈ ਜੀ। ਫੋਰਨ ਡਾਇਰੈਕਟ ਇਨਵੈਸਟਮੈਂਟ, ਪ੍ਰਤੱਖ ਵਿਦੇਸ਼ੀ ਨਿਵੇਸ਼। ਭਾਰਤ ਦੇ 2 ਅਜਿਹੇ ਰਾਜਾਂ ਦੇ ਨਾਮ ਦੱਸੋ ਜੋ ਸਿੱਖਿਆ ਤੇ ਸਿਹਤ ਪੱਖੋਂ ਵਿਕਸਿਤ ਰਾਜ ਨੇ। ਮਹਾਰਾਸ਼ਟਰ ਅਤੇ ਪੰਜਾਬ। ਵਿਸ਼ਵੀਕਰਨ ਤੋਂ ਤੁਸੀਂ ਕੀ ਸਮਝਦੇ ਹੋ? ਮੋਸਟ ਇੰਪੋਰਟੈਂਟ ਕੁਐਸਚਨ ਹੈ ਬੇਟਾ। ਵਿਸ਼ਵੀਕਰਨ ਨੂੰ ਅੰਗਰੇਜ਼ੀ ਵਿੱਚ ਗਲੋਬਲਾਈਜੇਸ਼ਨ ਕਿਹਾ ਜਾਂਦਾ ਹੈ। ਵਿਸ਼ਵੀਕਰਨ ਘਰੇਲੂ ਦੇਸੀ ਅਰਥ ਵਿਵਸਥਾ ਬਹੁਰਾਸ਼ਟਰੀ ਨਿਯਮਾਂ ਦੁਆਰਾ ਕੀਤੇ ਜਾਣ ਵਾਲੇ ਵਿਦੇਸ਼ੀ ਵਪਾਰ ਤੇ ਨਿਵੇਸ਼ ਲਈ ਸਮੁੱਚੇ ਵਿਸ਼ਵ ਲਈ ਖੋਲ੍ਹਣਾ ਹੁੰਦਾ ਹੈ। ਵਿਦੇਸ਼ੀ ਵਪਾਰ ਉਹ ਵਪਾਰ ਜੋ ਵੱਖ-ਵੱਖ ਦੇਸ਼ਾਂ ਦੇ ਵਿਚਕਾਰ ਹੁੰਦਾ ਹੈ, ਉਸ ਨੂੰ ਵਿਦੇਸ਼ੀ ਵਪਾਰ ਕਿਹਾ ਜਾਂਦਾ ਹੈ। ਕੋਪਰਾ, ਮੋਸਟ ਇੰਪੋਰਟੈਂਟ ਕੁਐਸਚਨ, ਠੀਕ ਹੈ। ਉਪਭੋਗਤਾ ਸੁਰੱਖਿਅਨ ਐਕਟ 1986, ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986। ਨੈਕਸਟ ਹੈ ਉਪਭੋਗਤਾ ਸੁਰੱਖਿਆ ਐਕਟ ਕਦੋਂ ਬਣਾਇਆ ਗਿਆ? 24 ਦਸੰਬਰ 1986 ਈਸਵੀ ਵਿੱਚ ਬਣਾਇਆ ਗਿਆ। ਸਟਾਕ ਐਕਸਚੇਂਜ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ। ਸਟਾਕ ਐਕਸਚੇਂਜ ਬਾਜ਼ਾਰ ਤੋਂ ਉਸ ਬਾਜ਼ਾਰ ਤੋਂ ਹੈ ਜਿਸ ਵਿੱਚ ਸ਼ੇਅਰਾਂ ਦੀ ਖਰੀਦ ਵੇਚ ਕੀਤੀ ਜਾਂਦੀ ਹੈ। ਇਹ ਜਿਹੜੇ ਹੈਗੇ ਸੀ ਤੁਹਾਡੇ ਭੂਗੋਲ ਤੇ ਅਰਥ ਸ਼ਾਸਤਰ ਦੇ ਇੱਕ ਅੰਕਾਂ ਵਾਲੇ ਜਿਹੜੇ ਹੈਗੇ ਨੇ ਕੁਐਸਚਨ ਅਸੀਂ ਕੰਪਲੀਟ ਕਰਾ ਚੁੱਕੇ ਹਾਂ। ਇਹਨਾਂ ਤੋਂ ਤੁਸੀਂ 3-3 ਅੰਕਾਂ ਵਾਲੇ ਵੀ ਤੁਹਾਨੂੰ ਵਿੱਚ ਹੀ ਅਸੀਂ ਆਈਡੀਆ ਦਿੰਦੇ ਗਏ ਹਾਂ, ਬਣਾ ਸਕਦੇ ਹਾਂ ਬੇਟਾ। ਉਮੀਦ ਕਰਦੇ ਹਾਂ ਵਧੀਆ ਤਿਆਰੀ ਕਰੋਗੇ। ਅਤੇ ਹਿਸਟਰੀ ਅਤੇ ਨਾਗਰਿਕ ਸ਼ਾਸਤਰ ਅਸੀਂ ਨੈਕਸਟ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਤੁਹਾਡੇ ਲਈ। ਉਸ ਦੇ ਵਿੱਚ ਵੀ ਤੁਹਾਨੂੰ ਵੱਡੇ ਕੁਐਸਚਨ ਕਿਸ ਤਰ੍ਹਾਂ ਅਸੀਂ ਐਕਸਪਲੇਨ ਕਰਨੇ ਨੇ, ਛੋਟਿਆਂ ਤੋਂ ਵੱਡੇ ਬਣਾਉਣ ਦੀ ਕੋਸ਼ਿਸ਼ ਕਰਨੀ ਹੈ, ਕਿਵੇਂ ਹੈਡਿੰਗ ਕੱਢਣੇ ਆ, ਪੁਆਇੰਟ ਕੱਢ ਕੇ ਲਿਖਣਾ ਹੈ, ਵੱਡੇ ਕੁਐਸਚਨ ਕਿਵੇਂ ਪ੍ਰਪੇਅਰ ਕਰਨੇ ਆ, ਸਭ ਦੀ ਜਾਣਕਾਰੀ ਦੇਵਾਂਗੇ। ਧੰਨਵਾਦ।